कि ਜਿਹੜੇ ਸਾਡੇ ਸਕਸੈਸਫੁਲ ਇੰਡਸਟਰੀਅਲਿਸਟ ਨੇ, ਸਾਡੀ ਐਫਰਟ ਸੀ ਕਿ ਇਸ ਤਰ੍ਹਾਂ ਦੇ ਪਰਸਨ ਜਿਹੜੇ ਸਕਸੈਸਫੁਲ ਹੋਏ ਉਹਨਾਂ ਨੂੰ ਵਿਦਿਆਰਥੀਆਂ ਦੇ ਰੂਪ ਵਿੱਚ ਕਰਵਾਈਏ। ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਦਰਮਿਆਨ ਜਿਹੜੀ ਅਜਿਹੀ ਹਸਤੀ ਹੈ ਜਿਨ੍ਹਾਂ ਨੇ ਮਲੇਰਕੋਟਲਾ ਦੇ ਵਿੱਚ ਬਹੁਤ ਹੀ ਛੋਟੇ ਲੈਵਲ ਤੋਂ ਸ਼ੁਰੂ ਕਰਕੇ 7 ਮੈਂਬਰਾਂ ਤੋਂ ਸ਼ੁਰੂ ਕਰਕੇ ਤੇ ਤਕਰੀਬਨ 8000 ਤੱਕ ਉਹਨਾਂ ਦੇ ਕੋਲ ਇੰਪਲਾਈਜ਼ ਨੇ ਇਸ ਵੇਲੇ। ਤੇ ਉਹਨਾਂ ਦਾ ਜਿਹੜਾ ਸਫ਼ਰ ਹੈ ਇੰਨਾ ਸੁਹਾਣਾ ਤੇ ਸਕਸੈਸਫੁਲ ਕਿਸ ਤਰ੍ਹਾਂ ਹੋਇਆ, ਉਹ ਸਾਡੇ ਦਰਮਿਆਨ ਅੱਜ ਪਹੁੰਚੇ ਨੇ ਸਟਾਰ ਇੰਪੈਕਟ ਪ੍ਰਾਈਵੇਟ ਲਿਮਟਿਡ ਮਲੇਰਕੋਟਲਾ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਹੰਮਦ ਅਵੈਸ ਜੀ। ਮੈਂ ਇਹਨਾਂ ਨੂੰ ਕਾਲਜ ਦੇ ਵਿੱਚ ਆਪਣੇ ਵਿਦਿਆਰਥੀਆਂ, ਫੈਕਲਟੀ ਤੇ ਪ੍ਰਿੰਸੀਪਲ ਸਾਹਿਬ ਦੇ ਬਿਹਾਫ ਤੇ ਵੈਲਕਮ ਕਰਦਾ ਹਾਂ। ਤਾਂ ਮੈਂ ਪੜ੍ਹ ਰਿਹਾ ਸੀ ਥੋੜਾ ਇੰਟਰਨੈਟ ਤੋਂ ਅਵੈਸ ਜੀ ਬਾਰੇ ਜਾਣਕਾਰੀ ਵੇਲੇ, ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਇਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਜਿੱਥੇ ਇੰਟਰੈਕਸ਼ਨ ਕਰਨੇ ਗਏ ਸੀ ਕਿ ਤੁਸੀਂ ਜਦੋਂ ਰਿਕਰੂਟ ਕਰਦੇ ਹੋ ਤਾਂ ਤੁਸੀਂ ਇੰਪਲਾਈ ਦੇ ਵਿੱਚ ਕੀ ਦੇਖਦੇ ਹੋ। ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਸਟਾਰ ਇੰਪੈਕਟ ਫੈਮਿਲੀ ਦਾ ਹਿੱਸਾ ਬਣ ਜਾ ਰਿਹਾ ਕੋਈ ਵੀ ਇੰਪਲਾਈ ਉਹਦਾ ਐਟੀਟਿਊਡ ਤੇ ਉਹਦਾ ਐਪਟੀਟਿਊਡ ਦੇਖਦਾ ਹੈ ਤਾਂ ਮੈਂ ਮੋਨੀਟਰ ਕਰਦਾ ਖੁਦ ਆਪ ਜਿਹੜਾ ਸਾਡਾ ਰਿਕਰੂਟਮੈਂਟ ਪ੍ਰੋਸੈਸ ਹੈ। ਤਾਂ ਜਦੋਂ ਕਦੇ ਮੈਨੂੰ ਕੋਈ ਕਨਫਿਊਜ਼ਨ ਹੋਵੇ ਕਿ ਇਹਨੂੰ ਮੈਂ ਰੱਖਾਂ ਜਾਂ ਨਾ ਰੱਖਾਂ, ਤਾਂ ਜਦੋਂ ਮੈਂ ਕਿਸੇ ਨੂੰ ਕੈਂਡੀਡੇਟ ਨੂੰ ਰਿਜੈਕਟ ਕਰਦਾ ਤਾਂ ਮੈਂ ਆਬਜ਼ਰਵ ਕਰਦਾ ਕਿ ਉਹਦੀ ਬੋਡੀ ਲੈਂਗੁਏਜ ਕਿੱਦਾਂ ਦੀ ਹੈ। ਤਾਂ ਇਹ ਇਹਨਾਂ ਦੀ ਜਿਹੜੀ ਗੱਲ ਮੈਨੂੰ ਬਹੁਤ ਅਪੀਲ ਕੀਤੀ, ਕਿਉਂਕਿ ਅਕਸਰ ਅਸੀਂ ਵੀ ਦੇਖਦੇ ਹਾਂ ਕਈ ਵਾਰੀ ਸਾਡੇ ਕੋਲ ਕੋਈ ਵਿਦਿਆਰਥੀ ਆਉਂਦਾ ਹੈ, ਕੋਈ ਸਕਾਲਰਸ਼ਿਪ ਦੀ ਜਾਂ ਕੋਈ ਹੋਰ ਡਿਮਾਂਡ ਕਈ ਵਾਰ ਕਰਦਾ ਹੈ ਤੇ ਅਸੀਂ ਕਈ ਵਾਰੀ ਆਪਣੀ ਇਨਐਬਿਲਿਟੀ ਸ਼ੋਅ ਕਰਦੇ, ਕਈ ਵਾਰੀ ਸਾਡੇ ਕੋਲ ਉਹ ਚੀਜ਼ ਜੇ ਨਾ ਹੋ ਪਾਉਂਦੀ ਹੋਵੇ ਤਾਂ ਕਈ ਬੱਚੇ ਬੜੇ ਮਾਯੂਸ ਹੋ ਕੇ ਜਾਂਦੇ ਨੇ ਤੇ ਕਈ ਬੱਚੇ ਇਸ ਤਰ੍ਹਾਂ ਸਾਡੇ ਨਾਲ ਅੱਗੋਂ ਪੋਜ਼ਿਟਿਵਲੀ ਗੱਲ ਕਰਦੇ ਆ ਕਿ ਸਾਡਾ ਦਿਲ ਕਰਦਾ ਕਿ ਇਹਨਾਂ ਦੀ ਜਿਹੜੀ ਹੈਲਪ ਕੀਤੀ ਜਾਏ। ਤੇ ਰਿਕਰੂਟਮੈਂਟ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਗੱਲ ਦੱਸੀ ਕਿ ਮੈਂ ਦੇਖਦਾ ਕਿ ਉਹਦੀ ਬੋਡੀ ਲੈਂਗੁਏਜ ਟੈਲਸ ਆਲ, ਕਿ ਜਿਹੜੇ ਬੰਦੇ ਨੂੰ ਤੁਸੀਂ ਰਿਜੈਕਟ ਕਰਦੇ ਹੋ ਤੇ ਉੱਥੋਂ ਦਾ ਐਟੀਟਿਊਡ ਜਿਹੜਾ ਹੈਗਾ ਜ਼ਿੰਦਗੀ ਪ੍ਰਤੀ ਪਤਾ ਲੱਗ ਜਾਂਦਾ ਹੈ। ਤਾਂ ਜਿਹੜੀ ਸਟਾਰ ਇੰਪੈਕਟ ਹੈ 1997 ਦੇ ਵਿੱਚ ਇਹ ਸ਼ੁਰੂ ਹੋਈ ਸੀ ਤੇ ਮੈਨੂਫੈਕਚਰਰ ਤੇ ਐਕਸਪੋਰਟ ਹਾਊਸ ਹੈ। ਇਹਦੇ ਵਿੱਚ ਵਰਲਡ ਵਾਈਡ ਇਹਨਾਂ ਦੇ ਜਿਹੜੇ ਐਕਸਪੋਰਟ ਇਹ ਕਰਦੇ ਆ, ਲੇਕਿਨ ਇੱਕ ਇਹਨਾਂ ਦਾ ਇਹ ਸੋਚ ਹੈ ਕਿ ਅਜੇ ਅਸੀਂ ਜ਼ਿਆਦਾ ਐਕਸਪੋਰਟ ਇਸ ਕਰਕੇ ਨਹੀਂ ਕਰਦੇ ਕਿ ਇੰਡੀਆ ਦੇ ਵਿੱਚ ਕੁਆਲਿਟੀ ਸ਼ੂਜ਼ ਤੇ ਜਿਹੜਾ ਅਸੀਂ ਪ੍ਰੋਡਕਟ ਬਣਾਉਣੇ ਆ ਉਹਦੀ ਅਜੇ ਸ਼ਾਰਟੇਜ ਹੈ। ਤੇ ਇਹਨਾਂ ਨੇ ਮਲੇਰਕੋਟਲਾ ਜਿਹੜਾ ਟਾਊਨ ਹੈ ਉਹਦੇ ਵਿੱਚ ਇੱਕ ਸਕੂਲ ਵੀ ਚਲਾ ਰਹੇ ਨੇ ਜਿਹਦੇ ਵਿੱਚ ਬਹੁਤ ਹੀ ਨੋਮੀਨਲ ਫੀਸ ਦੇ ਉੱਪਰ ਕੁਆਲਿਟੀ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਔਰ ਇੱਕ ਗਰਲਸ ਕਾਲਜ ਖੋਲ੍ਹਣ ਦੀ ਵੀ ਇਹਨਾਂ ਦੀ ਪਲਾਨ ਹੈ। ਸੋਸ਼ਲ ਵੈਲਫੇਅਰ ਦੇ ਵਿੱਚ ਕੰਮ ਕਰਨ ਦੇ ਨਾਲ ਨਾਲ ਜਦੋਂ ਅਸੀਂ 2 ਸਾਲ ਪਹਿਲਾਂ ਸਾਡੇ ਕਮਰਸ ਦੇ ਵਿਦਿਆਰਥੀਆਂ ਦਾ ਇੱਕ ਟੂਰ ਭੇਜਿਆ ਸੀ ਸਟਾਰ ਇੰਪੈਕਟ ਦੇ ਵਿੱਚ, ਤੇ ਉੱਥੇ ਇਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਜਿਹੜੀ ਵਿਦਿਆਰਥੀਆਂ ਨੂੰ ਤੇ ਫੈਕਲਟੀ ਨੂੰ ਜਾਣਕਾਰੀ ਦਿੱਤੀ ਸੀ ਤੇ ਅਸੀਂ ਇਹਨਾਂ ਤੋਂ ਇੰਨੇ ਜ਼ਿਆਦਾ ਇੰਪ੍ਰੈਸ ਹੋਏ ਕਿ ਅਸੀਂ ਫਿਰ ਡਿਪਾਰਟਮੈਂਟ ਦੇ ਵਿੱਚ ਸਲਾਹ ਕਰਕੇ ਇਹਨਾਂ ਨੂੰ ਜਿਹੜਾ ਸਾਡਾ ਬੋਰਡ ਆਫ ਸਟੱਡੀਜ਼ ਹੈ ਜਿਹਦੇ ਵਿੱਚ ਅਸੀਂ ਸਿਲੇਬਸ ਅਪਡੇਟ ਕਰਦੇ ਹਾਂ ਤੇ ਉਹਦੇ ਵਿੱਚ ਇੰਡਸਟਰੀ ਦੀ ਕੀ ਰਿਕੁਆਇਰਮੈਂਟ ਆ ਉਹਦੇ ਲਈ ਅਸੀਂ ਇਹਨਾਂ ਨੂੰ ਜਿਹੜੀ ਸਾਡੀ ਅਕੈਡਮਿਕ ਕਾਉਂਸਲ ਹੈ ਉਹਦੇ ਵੱਲੋਂ ਨੋਮੀਨੀ ਦੇ ਤੌਰ ਦੇ ਉੱਪਰ ਪ੍ਰਿੰਸੀਪਲ ਸਾਹਿਬ ਨੂੰ ਰਿਕਮੈਂਡ ਕੀਤਾ ਤੇ ਅਸੀਂ ਪ੍ਰਿੰਸੀਪਲ ਸਾਹਿਬ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਇਹਨਾਂ ਨੂੰ ਬੋਰਡ ਆਫ ਸਟੱਡੀ ਦਾ ਮੈਂਬਰ ਬਣਾਇਆ, ਜਿਹਦੀ ਕਿ ਅੱਜ ਮੀਟਿੰਗ ਵੀ ਅਸੀਂ ਰੱਖੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਇਨਪੁਟ ਹੈ ਉਹ ਸਾਡੇ ਕੰਮ ਆਏਗੀ। ਤੇ ਪੋਲਿਟਿਕਸ ਦੇ ਵਿੱਚ ਜਿਹੜੇ ਕਿ ਲੋਕ ਬਹੁਤ ਕੋਸ਼ਿਸ਼ ਕਰਦੇ ਹੁੰਦੇ ਕਿ ਸਾਨੂੰ ਕਿਸੇ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇ ਤੇ ਇਹਨਾਂ ਨੂੰ ਤਕਰੀਬਨ ਸਾਰੀਆਂ ਪਾਰਟੀਆਂ ਅਪਰੋਚ ਕਰਦੀਆਂ ਨੇ ਕਿ ਸਾਡੀ ਪਾਰਟੀ ਜੁਆਇਨ ਕਰੋ, ਮਤਲਬ ਕਿ ਇਹਨਾਂ ਦਾ ਨਾਮ ਹੈ, ਇੰਨੇ ਜੈਂਟਲ ਨੇ। ਤਾਂ ਹੁਣ ਮੈਂ ਪ੍ਰੋਫੈਸਰ ਅਨਵਰ ਨੂੰ ਰਿਕੁਐਸਟ ਕਰਦਾ ਹੈ ਕਿ ਇਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਦੇਣ, ਕਿਉਂਕਿ ਪ੍ਰੋਫੈਸਰ ਅਨਵਰ ਦੇ ਸ਼ਹਿਰ ਦੇ ਹਨ ਤੇ ਪ੍ਰੋਫੈਸਰ ਮੁਹੰਮਦ ਅਨਵਰ ਹੁਣ ਮੈਂ ਰਿਕੁਐਸਟ ਕਰਦਾ ਕਿ ਉਹ ਆ ਕੇ ਸਾਡੇ ਅੱਜ ਦੇ ਰਿਸੋਰਸ ਪਰਸਨ ਦੇ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕਰਨ। ਇਸ ਤੋਂ ਬਾਅਦ ਸਾਡੇ ਜਿਹੜੇ ਮੁੱਖ ਬੁਲਾਰੇ ਨੇ ਉਹ ਅੱਜ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਆਪਣੀ ਜਿਹੜੀ ਜਰਨੀ ਹੈ ਜਿਹੜੀ ਉਹਨਾਂ ਦੀ ਇੰਨੀ ਸਕਸੈਸਫੁਲ ਉਹ ਹੋਏ ਉਹਦੇ ਬਾਰੇ ਤੁਹਾਡੇ ਨਾਲ ਆਪਣਾ ਵਿਚਾਰ ਵਟਾਂਦਰਾ ਕਰਨਗੇ। ਹੁਣ ਮੈਂ ਇਨਵਾਈਟ ਕਰਦਾ ਪ੍ਰੋਫੈਸਰ ਮੁਹੰਮਦ ਅਨਵਰ ਹੁਣਾਂ ਨੂੰ। ਥੈਂਕ ਯੂ ਸਰ। ਜਿਵੇਂ ਡਾਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਅਵੈਸ ਸਾਹਿਬ ਨੇ 1997 ਦੇ ਵਿੱਚ ਸਟਾਰ ਇੰਪੈਕਟ ਜਿਹੜੀ ਆ ਉਹ ਸੈਟਅਪ ਕੀਤੀ ਤੇ 1997 ਤੋਂ ਲੈ ਕੇ 21 ਤੱਕ ਤਕਰੀਬਨ 23 ਸਾਲ ਹੋਏ ਨੇ। 23 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਸਟਾਰ ਇੰਪੈਕਟ ਸ਼ੁਰੂ ਕੀਤੀ ਸੀ ਉਦੋਂ ਮੈਂ ਵੀ ਸਟਾਰ ਇੰਪੈਕਟ ਦਾ ਹਿੱਸਾ ਸੀ। ਮੈਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਕੇ ਸਟਾਰ ਇੰਪੈਕਟ ਜੁਆਇਨ ਕਰੀ ਸੀ ਟੀਚਿੰਗ ਦੇ ਵਿੱਚ ਆਉਣ ਤੋਂ ਪਹਿਲਾਂ। ਮੈਨੂੰ ਪਤਾ ਹੈ ਕਿ ਉਸ ਟਾਈਮ
ਮੈਨੂਅਲ ਪ੍ਰੋਡਕਸ਼ਨ ਤੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਤੇ 10 ਪੇਅਰ ਡੇਲੀ ਦੀ ਪ੍ਰੋਡਕਸ਼ਨ ਸੀ, ਜੇ ਮੈਂ ਸਹੀ ਹੋਵਾਂ ਤਾਂ। ਤੇ 10 ਪੇਅਰ ਡੇਲੀ ਤੋਂ ਅੱਜ 40,000 ਪੇਅਰ ਡੇਲੀ ਤੇ ਪਹੁੰਚਣਾ, ਇਹ ਆਪਣੇ ਆਪ ਵਿੱਚ ਹੀ ਸਾਰਾ ਕੁਝ ਦੱਸਦਾ ਹੈ ਇਹਨਾਂ ਦੀ ਮਿਹਨਤ ਤੇ ਇਹਨਾਂ ਦਾ ਟੈਲੈਂਟ ਜੋ ਹੈ। ਮੈਂ ਪਿਛਲੇ ਤਕਰੀਬਨ 25 ਸਾਲਾਂ ਤੋਂ ਇਹਨਾਂ ਨੂੰ ਦੇਖ ਰਿਹਾ ਹਾਂ ਕਿਸ ਸ਼ਿੱਦਤ ਦੇ ਨਾਲ ਇਹ ਆਪਣੇ ਕੰਮ ਨਾਲ ਜੁੜੇ ਹੋਏ ਨੇ। ਇਹਨਾਂ ਦੀ ਜੋ ਮੈਨੂੰ ਕੁਝ ਖਾਸ ਗੱਲਾਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਇੱਕ ਤਾਂ ਜਦੋਂ ਵੀ ਇਹਨਾਂ ਕੋਲ ਜਾਓ ਤਾਂ ਉੱਠਣ ਨੂੰ ਦਿਲ ਨਹੀਂ ਕਰਦਾ। ਮੀਨਸ ਇੰਨੀਆਂ ਅੱਛੀਆਂ ਵਾਈਬਸ ਟਰੈਵਲ ਕਰਦੀਆਂ ਨੇ। ਅਨਫੋਰਚੂਨੇਟਲੀ ਅੱਜ ਲਾਕਡਾਊਨ ਹੋਣ ਕਰਕੇ, ਕਾਲਜ ਆਫ ਹੋਣ ਕਰਕੇ ਉਹ ਤੁਹਾਡੇ ਤੱਕ ਪਹੁੰਚ ਸਕਣਗੀਆਂ, ਪਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ, ਅਵੈਸ ਸਾਹਿਬ ਨੂੰ, ਕਿ ਉਹ ਆਪਣੀ ਜਿਹੜੀ ਲਾਈਫ ਹੈ, ਜੇ ਲਾਈਫ ਹੀ ਤੁਹਾਡੇ ਨਾਲ ਸ਼ੇਅਰ ਕਰ ਦਿਓ, ਇੰਨੀ ਕੁ ਮੋਟੀਵੇਟਿੰਗ ਹੈ ਕਿ ਇਹਦੇ ਨਾਲ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਬਹੁਤ ਜ਼ਿਆਦਾ ਮੋਟੀਵੇਟ ਹੋਵੋਗੇ। ਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਆਲਰੇਡੀ ਲੇਟ ਆ। ਮੈਂ ਸਰ ਨੂੰ ਰਿਕੁਐਸਟ ਕਰਦਾ ਕਿ ਉਹ ਡਾਇਸ ਤੇ ਆਉਣ ਤੇ ਬੱਚਿਆਂ ਦੇ ਨਾਲ ਇੰਟਰੈਕਟ ਕਰਨ। ਸਰ ਪਲੀਜ਼। अस्सलाम वालेकुम वरहमतुल्लाहि वबरकातुहू। ਤੁਹਾਡੇ ਸਭ ਤੇ ਰੱਬ ਬਹੁਤ ਮਿਹਰਬਾਨੀਆਂ ਬਖਸ਼ੇ, ਆਪਣੀਆਂ ਸਲਾਮਤੀਆਂ ਬਖਸ਼ੇ। ਤੁਸੀਂ ਹਮੇਸ਼ਾ ਉਹਦੀ ਨਿਗਾਹ ਦੇ ਵਿੱਚ ਰਹੋ, ਰਹਿਮ ਵਾਲੀ ਨਿਗਾਹ 'ਚ ਰਹੋ। ਇਹ अस्सलाम वालेकुम वरहमतुल्लाह ਦਾ ਮਤਲਬ ਹੁੰਦਾ ਹੈ। ਸਭ ਤੋਂ ਪਹਿਲਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਰੱਬ ਤਾਲਾ ਦਾ ਬੇਇੰਤਹਾ ਸ਼ੁਕਰ ਕਰਾਂ ਜਿਹੜੀਆਂ ਨਿਮਤਾਂ ਉਹਨੇ ਮੈਨੂੰ ਬਖਸ਼ੀਆਂ, ਔਰ ਸਪੈਸ਼ਲੀ ਇਸ ਵੇਲੇ जो मैनू इत्थे पहुंच के इज्जत अफजाई मिल रही है डॉक्टर साहब ने और प्रोफैसर अनवर ने और जिन्हें उन्होंने कोलीग्स हैं, सब मैनू हथों हथी लगता है। तो मेरे लिए रब के शुकराने के अल्फाज मेरा फर्ज बनता है गल करने तो पहला करा। प्रिंसीपल साहब ने बहुत ही अच्छे तरीके नाल मैनू वेलकम किया, मैं उन्होंने भी बहुत बहुत शुक्रिया अदा करदा। काफ़ी विस्तार से मेरे बारे दस्या, पर इस काफ़ी सारी चीज़ां जिहड़ियां हैं मैं दसना चाहना, कोई जरूरत तो ज्यादा उन्होंने जरूरत नहीं होती। फिर भी मैं इस वेले तुहानूं दसना चाहना जो मेरी इस वेले ड्यूटी लगाई है। बिजनेस दे विच मैंने शुरुआत की थी, जिवें कि मेरे वीरां ने जिन्होंने दस्सिया, डॉक्टर साहब ने और प्रोफैसर साहब ने 7 पेयर पर डे असीं स्टार्ट कीते सी 1997 दे विच। हुण ओह तादाद हो गई है 40,000। 7 बंदे नाल ही काम स्टार्ट किया सी, जिहड़ी हुण तादाद हो गई 11,000। ते रब दा शुक्र है, ये जर्नी जिहड़ी है बिल्कुल ही आसान है, कोई भी बंदा इहनूं अचीव कर सकता है, कोई मुश्किल नहीं। लेकिन ये वास्ते कुछ भी जिहड़ी चीज़ां की मैं जरूरत समझदा, एक फैक्ट्री का ओनर होने करके या मैन्युफैक्चरिंग होने करके वो हैगा कि जिंदगी के विच जिहड़े एथिकल डिसीजन है वो मेकिंग पावर बहुत जरूरी होनी चाहिए है। 10 चीज़ां किसी वेले थोड़े सामने आ जांदियां, पर वो 10 चीज़ां तो तुसीं चूज करना वाइजली किहड़ियां चीज़ां बहुत इंपॉर्टेंट है। उस वेले चूज करन च जिहड़ा इंसान गलती कर दिंदा है, फिर उसदा इन्ना नुकसान हुंदा है कि फिर कई साल उहनूं रिकवर करने विच लग जांदे ने। राइट डिसीजन, राइट चॉइस, सही बंदियां दा चूज करना, उन्हां दी काबिलियत नूं इस्तेमाल करना, और इस्तेमाल करने के बाद फिर उन्होंने प्रोडक्टिविटी के शुरू चुनाव लेके आना, ये सारिया चीज़ां जिहड़ियां हैगियां ना बहुत ही ज़्यादा इंपॉर्टेंट हैं। डिसीजन मेकिंग इज वेरी इंपॉर्टेंट इन लाइफ। 10 बंदे थोड़े को आ गए, 10 नाल तुहानूं गलबात की और तुहानूं ऑब्जर्व करना कि 10 विचों कौन ज़्यादा टैलेंट पर्सन है। ये चीज़ बहुत ही इंपॉर्टेंट रखती है। ये जिहड़ी चीज़ आऊगी ये आएगी थोड़े जिहा रब दे मुरे इल्तजा करने झुकन नाल, फिर रब की तरफ तो ही गाइडलाइन बंदे नूं मिलनी स्टार्ट हो जांदी है। कुछ बेटा मेरे प्यारे बच्चे हो, कुछ गल्लां मैं इदां करूँगा तुहानूं बुक्स नहीं मिलणगियां, पर वो बहुत ही ज़्यादा जरूरी ने चीज़ां। उस तो बगैर कोई भी इंसान अगर तरक्की तो कर लेगा फॉर द टाइम, पर लॉन्ग लास्टिंग नहीं होएगी। रब दे बंदियां ते मेहरबानी करनी, उन्हां नूं हक तो ज्यादा देना थोड़ी तरक्की लिए बहुत ज्यादा जरूरी है। अजकल इस कोरोना के दौर के विच हर बंदा दूजे का हक मार रहा है, लेकिन मैनूं इस बात की बड़ी खुशी है कि साने कदे भी इस आके कोरोना के समय के विच ना कि सिर्फ उन्होंने बनता हक दिता, बल्कि जरूरत तो ज्यादा भी दिता है। उन्होंने इंक्रीमेंट भी लग्या है, और कोरोना जो स्टार्ट होया है उस तो बाद तकरीबन
3000 मोर साडे कोल वर्कर आए ने और इस वेले भी कैपेसिटी तो ज्यादा साडे कोल कम हैगा और बड़ा रब दी मेहरबानियां दिन रात बरस रही हैं। इस तो अलावा जी मैं होर तुहानूं एक सलाह देनी चाहूँगा, जिंदगी दे विच प्रोडक्ट बनाने तो बहुत आसान है, प्रोडक्ट कोई भी बना सकता है, टेक्नोलॉजी इन्नी आम हो गई ज्यादा। प्रोडक्ट के नाल नाल एक मैनू बहुत मेरे वीर ने सलाह दी सी किसी वेले कि मेरे उन्होंने कहा सी कि हुण तू जूता बनाना छड्ड दे, हुण तू बंदे बना। मैन मेकिंग इज वेरी इंपॉर्टेंट। जिंदगी में समा आता है, टेक्नोलॉजी आम हो जाती है, सारा कुछ आम हो जाता है, लेकिन वो थोनू थोड़े जज्बे के वाले लोग नहीं मिलते कि जो थोड़े जज्बे को समझ सकन, थोड़ी फीलिंग समझ सकन, थोड़े जज्बात को कदर करके उन्होंने वो एक अज़म का रूप दे सकन। तो मैन मेकिंग इज वेरी इंपॉर्टेंट इन द लाइफ। जेडे हेनरी फोर्ड सी उन्होंने कहा सी किसी ने कि अगर तुम जिंदगी के गरीब हो जाओ तो दोबारा कम बैक हो सकते हो। कहना उन्होंने कहा कि हाँ मैं हो सकता, पर मेरी टीम मैनू चाहिए, मेरे बंदे मैनू चाहिए। जिंदगी के टीम वर्क वेरी इंपॉर्टेंट, ये बहुत ज्यादा जरूरी है। फिर जो लोग बिजनेस करना चाहते हैं, रन करना चाहते हैं, एक बहुत ही छोटा जहा नुकता है लेकिन बहुत काम का है, वो एक वेस्ट कंट्रोल कर लो। वेस्ट कंट्रोल करने अक्सर असं ये समझते हैं कि वेस्ट कंट्रोल करने का मतलब है कि रॉ मटीरियल बचा लिया, लेकिन असल वेस्ट कंट्रोल का जो मैं समझदा ना कि टाइम को बर्बाद नहीं होने देना। और बहुत ज्यादा इंपॉर्टेंट है समय का सही उपयोग करना और तो राइट आउटपुट लैनी, ये साडी वेस्टेज को कंट्रोल करता है, जिहदे साडी फिजिकल एनर्जी भी हैगी, मैंटल एनर्जी भी हैगी। कई बार असीं बहुत गैर जरूरी चीज़ों पर बहुत ज़्यादा एफर्ट करते हैं, उन्होंने जरूरत नहीं होंगी, उत्थे थोड़ा एथिकल डिसीजन कम आता है, वो चीज़ों को नोट करके तुसीं उन्हां पर ही एफर्ट्स करो। और मैं एक होर सलाह तुहानूं देनी चाहना, क्योंकि मैनूं पता है कि बहुत ज़्यादा टैलेंटेड लोग तुहाडे नाल मौजूद हैं, डॉक्टर साहब हो गए, सारे जो कोलीग्स हैं, बहुत ही कोई शक नहीं इन्हां दी काबलियत पर किसी की तरह, और मेरे तो भी वधिया तरीके नाल तुहानूं गाइड करते होणगे। पर बतौर जो हुण तुसीं मैनूं मौका मिलिया तुहाडे नाल गलबात करन दा, मैं ये कहूँगा कि खिदमत खलक पर, खिदमत खलक का मतलब है मनुखता पर जब तक थोड़ा रहम का जज्बा थोड़े दिल के विच नहीं आऊगा, थोड़ा काम तरक्की नहीं कर सकता। ये मैं तुहानूं रिटन च लिख के देने को तैयार हाँ। जो तुसीं लोकां दे बारे सोचोगे, उन्होंने मजबूरियों को समझोगे, उस चीज़ को मद्देनजर रखते हुए, तो रब थोड़े पर हमेशा मेहरबान रहेगा। मैंने अपने बेटे को सलाह की सी कि जो मैं दुनिया चो चला जावा तो कुछ कारण नहीं कि काम डाउन आ जाए, टेक्नोलॉजी करके काम नहीं डाउन आ सकता, किसी होर करके काम नहीं। जो तू मनुखता के लोगों पर रहम करना घट कर देगा तो तेरा काम डाउन आने लग जाएगा। इस करके बहुत ज्यादा तू बहुत ही ज्यादा चौकस रही, देखी हर लम्हे तू देखता रही कि तू मनुखता दे रही एक बतौर एक अच्छा इंसान साबित हो रहा है या उन्होंने तो तू दूर हो रहे हैं। ये सारिया चीज़ा बेटा इस तरह दी गल्लां हैगियां जिहड़ियां सीधे साधे रसूल हैं, जिहड़े अजकल के टाइम के विच इंसानियत भुल चुकी है। और लोगों के जे किते एक ऑनर का किते कलम चलता है, वो सब तो पहला वर्करां की सैलरी डिक्रीज करने पर चलता है, वो अपन कमियां वर्करां के उपर थोप देन, जिस दे नाल मालिक का और वर्कर का रिश्ता जो है ना वो दरार आ जाती है। जो तक रिश्ता मजबूत नहीं होएगा कोई भी कंपनी तरक्की नहीं कर सकती। तो उस तरह ही मैं ये कहना हुन्ना कि कोई भी अगर इंसान जिस भी संस्था के विच हैगा, अगर उत्थे ग्रोथ नहीं हो रही, और मैं कहना संस्था बिल्कुल बेकार है। ਉਹਦੀ मैंटली ग्रोथ भी होनी चाहिए, बल्कि उन्हें मैंटली पीस मिलना चाहिए और वो पर कोई स्ट्रैस नहीं होनी चाहिए, चाहे आउटपुट भला कम भी आ जाए, लेकिन एक इंसान की जिंदगी जीने के विच मज़ा होता है, वह रस होता है जिंदगी का। कदे भी वर्कर्स पर मैं ये कहना अपने उन्होंने साडे सुपरवाइजर किसी भी जिंदगी की किसी भी बंदे की जिंदगी की मिठास नहीं असीं खत्म करनी। वो जी जिंदगी की मिठास है उन्होंने पर इन्ना प्रैशर ना पाइयो कि उन्होंने जिंदगी की मिठास खत्म हो जाए। होर बहुत सारिया गल्लां हैगियां। साडे नबी ने कहा सी जो भी तुसीं मैन्युफैक्चरिंग करो तो बहुत ही जी कॉस्ट है बहुत कंट्रोल च रखियो, जरूरत तो ज्यादा प्रॉफिट ना लेकियो। और अजकल के दौर ने की किया है कि जी एडवरटाइजमेंट का जो दौर है, इन्हें ना आगे बहुत ही एथिक्स में बहुत नुकसान पहुंचाया है। हुण जो बंदा प्रोडक्ट दाम नहीं होंदा, लेकिन टीवी पर ऐड करके, मीडिया पर ऐड करके, चाहे होर प्रिंट मीडिया के जरिए वो सारिया गल्लां दस रहा है जिहड़ियां उहदे प्रोडक्ट नहीं होंदियां, तो भोले भाले लोगों को बेवकूफ बना के एक बार अपना मकसद तो लै लैंदा है,
लेकिन रब की निगाह चो झूठा इंसान लिखा जाता है। गो के दुनिया कितनी है, थोड़ी जिंदगी हैगी 70 साल 80 साल या ज़्यादा तो ज़्यादा होर तुसीं लगा लो, ये झूठ की बुनियाद पर बिजनेस तो कर लेगा, पैसा तो कर लेगा, लेकिन आखिर एक वेले रब ने मूहरे जाके दसना पेगा। और झूठ जो इंसान की जिंदगी बहुत बड़ा फितना है। कई बार झूठ साडी जिंदगी इस तरह शामिल हो चुकिया कि सानू महसूस ही नहीं हो रहा कि असीं झूठ बोल रहे हैं, और इन्हों अज कला समझा जा रहा है, और उन्हें सपोर्ट भी मिल रही है। मीडिया उन्होंने सपोर्ट कर रहा है, प्रिंट मीडिया उन्होंने सपोर्ट कर रहा है, टीवी पर प्रोडक्ट कोई दम नहीं होंदा, पर लंबी चौड़ियां करके उन्होंने फोकस करके अपनी चीज़ को कामयाब बना लेते हैं। लेकिन इस चीज़ को मद्देनजर रखते हुए अगर तुसीं अपने प्रोडक्ट पर ध्यान देवोगे और उन्हें यूजफुल बनाओगे और उन्हें तुसीं एक वकार बनाओगे, अपनी इज्जत को बनाओगे। फॉर एग्जाम्पल, जब मैं हुण शू बनाना, मैं शू को अपने ना अपनी इज्जत ना जोड़ लेना भी ये शू अगर लोग पहनेंगे ये मेरी इज्जत का मसला है। फिर मैं उन्होंने जोड़ लेना भी अगर शू बनाओगे ये मेरे शहर की इज्जत है। फिर मैं उन्होंने जोड़ लेना अगर ये शू होंगे मेरे कंट्री की इज्जत है। और रब का शुक्र है ये चीज़ां जाके जितने भी हुण साडे यूके च बहुत अच्छे शू बिक रहे हैं और श्रीलंका च बिक रहे हैं, उत्थों उन्होंने पता लगता है भी ये किहड़े मुल्क का ब्रांड है। तो जो भी उत्थे हुंदा भी इंडिया का ब्रांड है, सानू बहुत एप्रीशिएशन मिलती है साडी कंट्री नूं। बिल्कुल बिलीव नहीं, जर्मनी दे विच साडा एक मैंने एग्जीबिशन लगाई थी, उत्थों आके भी लोग जो आए उन्होंने आके प्रोडक्ट देखे, बहुत उन्होंने सराहना की, खास तौर पर जोड़ा प्राइस बहुत कंट्रोल सी। उन्होंने कहा किहड़े मुल्क का प्रोडक्ट है, मैंने कहा वी आर इंडियन। तो बहुत सलाह की कि इंडियन आर वेरी वेरी क्रिएटिव। सो कहने थोड़ी चीज़ें साबित करती हैं कि इंडियन लोग क्रिएटिव हैं, ये थोड़े प्रोडक्ट दस रहे हैं कि इंडियन आर क्रिएटिव। इस करके मैं कदे भी ये हौसला तोड़ने वाली गल नहीं करता। मैं तुहानूं यही कहूँगा आने वाला समा साडे वास्ते बहुत ही ज़्यादा वधिया है, क्योंकि इस बात का वादा रब तआला ने कुरान दे विच कीता साडे नबी दे नाल कि ए मेरे नबी तेरे वास्ते आने वाला जमाना सब तो वधिया है, कदे दिल ना छड्डी। इस करके कोरोना की वजह करके भावें जिन्ने भी तुसीं लगा लो, ये मैं किसी भी एंगल तो कदे भी निराश नहीं होंदा जिंदगी दे विच। मैं समझदा जदों मैं सही हाँ और मैं सही तरीके नाल काम कर रहा तो मेरे वास्ते मतलब ही नहीं बनता कि आने वाला समा माड़ा हो, क्योंकि वादा रब ने किया है। जो असी अपनी जगह सही हाँ, अपने जो साडे कोल जिंदगी च रब ने जिम्मेवारियां लाइयां, असी लोगों का हक दे रहे हाँ, असी प्रोडक्ट अपना हक अदा कर रहे हैं, तो मैनूं नहीं लगता कि किसी कारण भी सानू डिप्रैशन च आउण दी लोड़ है या असी निराश होइए किसी एंगल तो। ये सारियां गल्लां मैं तुहाडे नाल करना चाहुंदा सी। बाकी गल्लां तो मैं कर सकते हैं, क्योंकि मैं भी एक टीचिंग लाइन टीचर तो नहीं है, टीचर बनना तो बहुत बड़ी बात है, कदे बन नहीं सकता बंदा, क्योंकि बहुत ज़्यादा मेरे को रिस्पॉन्सिबिलिटीज स्कूल दी रिस्पॉन्सिबिलिटीज हैगियां। मैं 5th क्लास के बच्चों नाल खुद इंटरेक्ट करना, 5th to 9 बच्चों नाल खुद क्लास लेना, उन्होंने मोटिवेट करना। जो जिंदगी के सबक मैंने बहुत ही लंबी उम्र जाके सीखे सी, वो मैं बच्चों को 5th क्लास तो दसने स्टार्ट कर देना, तो उस बहुत ही अच्छा रिजल्ट आ रहा है। बच्चों में बहुत जज्बा आ रहा है काम सीखने का। ईवन के समटाइम मैनू साडे बच्चे मोटिवेट करते हैं। एक बार जो मैंने क्लास काम स्टार्ट किया, बच्चे टाउन स्कूल है मलेरकोटले दे विच साडा, टाउन स्कूल के हर एक बच्चे को पता है कि अगर जिंदगी में तुहानूं नुकसान पहुंच सकता है तो तुहानूं 3 चीज़ों का नुकसान पहुंच सकता है। सब तो बड़ा तुहानूं नुकसान पहुंचेगा शैतान तो। ये ना किताबां नहीं मिलेगी, थोड़े एमफिल दी किताबां नहीं मिलेगी, कोई बिजनेस की किताबां नहीं मिलेगी। तुसीं देख लो शायद कोई टीचर तुहानूं दस्सण जरूर सूझवान बंदे, पर जिंदगी च अगर बंदे नूं सब तो बड़ा नुकसान पहुंच सकता है वो शैतान के पिछे लग के पहुंच सकता है। दूजा नुकसान पहुंच सकता है अपने आप तो, खुद अपने आप तो नुकसान पहुंच सकता है। तीजा उन्होंने नुकसान पहुंच सकता है माड़ी संगत तो। ये अगर तीनों चीज़ों बंदा ओवरकम हो जाए तो इंशाअल्लाह ताला उन्हें जिंदगी में नुकसान नहीं पहुंच सकता। इस करके इस एक बारी की होया, मैं बच्चे नाल गलबात कर रहा सी, ते मैं गल करते करते पुछ लेना कि तुसीं बोर तो नहीं हो रहा है, तो वही क्वेश्चन मैं तुहानूं कर रहा कि तुसीं बोर तो नहीं हो रहा है। ऐसे करते करते फिर मैंने बच्चों को कहा गया, मैं अज यार गल बन नहीं रही, कुछ गल नहीं बन रही, आज बात बनी रही। बच्चों ने पता की किया, सर कीप इट अप, यू आर परफॉर्मिंग वेरी वेल। ये शैतान थोड़े दिल च पा रहे हैं। तो देख लो तुसीं 5वीं क्लास के बच्चे सी हो, तो उन्होंने खुद मैंने मोटिवेट किया। इस करके ईवन के 3rd स्टैंडर्ड के बच्चों में मिलना जाके तो उन्होंने भी गलबात करदा, मैं रब तो बहुत मुतमईन हाँ। मेरे को कहते होंगे ना भी मेरे को शब्द नहीं है, पर मेरे को शब्द तो बहुत है रब की तारीफ करने वास्ते समा घट है। इस करके कदे भी ये नहीं कहना चाहिए कि मेरे को शब्द नहीं है, कि इंसान को शब्द नहीं है फिर वो तो रब का बंदा ही ना होया
ਜਿਹਦੇ ਕੋਲ ਸ਼ਬਦਾਂ ਦੀ ਕਮੀ ਆ ਜਾਵੇ। ਇਸ ਕਰਕੇ ਮੈਂ ਇਹੀ ਕਹੂੰਗਾ ਕਿ ਮੇਰੇ ਕੋਲ ਸ਼ਬਦ ਤਾਂ ਬਹੁਤ ਹਨ, ਪਰ ਸਮੇਂ ਦੀ ਕਮੀ ਕਰਕੇ ਮੈਂ ਆਪਣੀ ਬਾਤ ਨੂੰ ਖਤਮ ਕਰਦਾ। ਫਿਰ ਇੱਕ ਵਾਰੀ ਪੂਰਾ ਇਹ ਕਾਲਜ ਦੀ ਤਰਫ ਤੋਂ, ਡਾਕਟਰ ਸਾਹਿਬ ਦੀ ਤਰਫ ਤੋਂ, ਹੋਰ ਤੁਸੀਂ ਜਿੰਨੇ ਵੀ ਉੱਥੇ ਮੌਜੂਦ ਆ, ਬਹੁਤ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ। ਮੇਰੀ ਇੱਜ਼ਤ ਅਫਜ਼ਾਈ ਵਾਸਤੇ ਰੱਬ ਤੁਹਾਡੇ ਦਰਜੇ ਬੁਲੰਦ ਕਰੇ, ਤੁਹਾਡੇ ਤਰਫ ਸਦਾ ਲਈ ਮਿਹਰਬਾਨ ਰਹੇ, ਔਰ ਤੁਸੀਂ ਸਾਰੇ ਰੱਬ ਦੇ ਪਸੰਦੀਦਾ ਬੰਦੇ ਬਣ ਜਾਓ। अस्सलाम वालेकुम व रहमतुल्लाहि व बरकातुहू। Thank you, sir. Thank you for sharing your journey and such an inspirational words. As someone said that मंजिल उन्हीं को मिलती है जिनके सपनों में जान होती है, पंखों से कुछ नहीं होता, हौसलों से उड़ान होती है. So, sir, thank you. You are perfect example who is proving this quote. Now, moving further, I request the participants, if they have their queries or any questions, they can ask one by one. Also, you can drop your question in chat box if you want. It will be asked by the host on your behalf. So now mic is handed over to participants. क्वेश्चन पूछने बच्चे जे पूछना किसी ने। सर जी प्लीज। Sir, we have as we know that in the shoe market there are very big companies like Adidas and Nike. So what different thing you are doing to compete with that competitors? ਇਹ ਦੇਖੋ ਬੇਟੇ, ਇਹ ਬਹੁਤ ਥੋੜੀ ਅੱਛਾ ਕੁਐਸਚਨ ਹੈ। ਇਹ ਦੇਖਣਾ ਹੁੰਦਾ ਹੈ ਕਿ ਆਪਾਂ ਨੇ ਜੋ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਉਹਦੀ ਅਫੋਰਡੇਬਿਲਟੀ ਚੈੱਕ ਕਰਨੀ ਹੁੰਦੀ ਹੈ। ਜੋ ਵੀ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਤਾਂ ਉਹ ਜਿਹੜੇ ਲੋਕਾਂ ਦੀ ਅਫੋਰਡੇਬਿਲਟੀ ਦੇ ਮੁਤਾਬਕ ਬਣਾਓ। ਕਈ ਵਾਰੀ ਇਹ ਹੈ ਕਿ ਕੁਝ ਕੰਪਨੀਆਂ ਐਸੀਆਂ ਹੁੰਦੀਆਂ ਹਨ ਕਿ ਉਹ ਅਫੋਰਡੇਬਿਲਟੀ ਦੇ ਮੁਤਾਬਕ ਨਹੀਂ ਬਣਾਉਂਦੇ। ਫਰਜ਼ ਕਰੋ ਇਹ ਇੱਕ ਜਗ੍ਹਾ ਕੋਈ ਸ਼ਹਿਰ ਹੈ ਜਿੱਥੇ ਆਬਾਦੀ ਹੈਗੀ 10,000 1 ਲੱਖ ਬੰਦੇ ਦੀ ਆਬਾਦੀ ਹੈ ਤੇ ਉਹਨਾਂ ਨੂੰ ਆਊਟ ਆਫ ਸਿਟੀ ਜਾਣਾ ਪੈਂਦਾ ਹੈ। ਉੱਥੇ ਤੁਸੀਂ ਕੀ ਕਰ ਸਕਦੇ ਹੋ? ਇੱਕ ਬਾਈਕ ਵੀ ਬਣਾ ਸਕਦੇ ਹੋ, ਈਵਨ ਕਿ ਇੱਕ ਗੱਡੀ ਦਾ ਕਾਰਖਾਨਾ ਵੀ ਲਗਾ ਸਕਦੇ ਹੋ, ਜਾਂ ਫਿਰ ਤੁਸੀਂ ਉੱਥੇ ਹੈਲੀਕਾਪਟਰ ਵੀ ਬਣਾ ਸਕਦੇ ਹੋ। ਹੁਣ ਅਗਰ ਲੋਕੀ ਹੈਲੀਕਾਪਟਰ ਅਫੋਰਡ ਕਰ ਸਕਦੇ ਨੇ, ਫਾਰ ਐਗਜ਼ਾਮਪਲ ਰੱਬ ਕਰੇ ਉਹ ਸਮਾਂ ਆਵੇ ਛੇਤੀ, ਜੇ ਆਪਾਂ ਉੱਥੇ ਬਾਈਕ ਵਾਲੀ ਕੰਪਨੀ ਲਗਾਵਾਂਗੇ ਤਾਂ ਉਹ ਕੋਈ ਸਮਝਦਾਰੀ ਗੱਲ ਨਹੀਂ ਹੈਗੀ। ਇਸ ਕਰਕੇ ਅਫੋਰਡੇਬਿਲਟੀ ਦੇ ਮੁਤਾਬਕ, ਜਿਹੜੇ ਅਫੋਰਡੇਬਿਲਟੀ ਇਜ਼ ਕੀ ਟੂ ਸਕਸੈਸ, ਜਦੋਂ ਬੰਦਾ ਅਫੋਰਡੇਬਿਲਟੀ ਦੇ ਮੁਤਾਬਕ, ਲੋਕਾਂ ਦੀ ਅਫੋਰਡੇਬਿਲਟੀ ਦੇ ਮੁਤਾਬਕ ਪ੍ਰੋਡਕਟ ਬਣਾਉਂਦਾ ਹੈ ਤੇ ਉਹ ਕਾਮਯਾਬੀ ਰੱਬ ਉਹਨੂੰ ਦਿੰਦਾ ਹੈ। ਇਸ ਕਰਕੇ ਜਿਹੜੀ ਅਸੀਂ ਪ੍ਰੋਡਕਟ ਬਣਾਉਣੇ ਆ ਉਹ ਆਪਣੀ ਜਨਤਾ ਦੀ, ਜਿਹੜੀ ਆਪਣੀ ਕੰਟਰੀ ਦੀ ਜਨਤਾ ਦੀ ਅਫੋਰਡੇਬਿਲਟੀ ਨੂੰ ਦੇਖਦੇ ਹੋਏ ਬਣਾਉਣੇ ਆ, ਤਾਂ ਕਿ ਉਹ 'ਚ ਹਰ ਵਰਗ ਦਾ ਬੰਦਾ, ਚਾਹੇ ਉਹਦੀ ਜਿੰਨੀ ਵੀ ਹੈਗੀ ਪੇਇੰਗ ਕੈਪੈਸਿਟੀ ਹੈ, ਪਰਚੇਜ਼ਿੰਗ ਪਾਵਰ ਦੇ ਮੁਤਾਬਕ ਬਣਾਉਣੇ। ਪਰ ਸਾਡੇ ਜਿਹੜੇ ਪ੍ਰੋਡਕਟ ਹਨ ਇਕੁਅਲੀ ਐਜ਼ ਗੁੱਡ ਐਜ਼ ਐਡੀਡਾਸ। There is one question, like in COVID times, if anybody wants to set up the business and how to build the strong customer base. ਕੋਵਿਡ ਵਾਸਤੇ ਤਾਂ ਬੇਟੇ ਇਹ ਹੈ, ਕੋਵਿਡ ਦੇ ਵਿੱਚ ਮੈਨੂਫੈਕਚਰ ਉਹੀ ਗੱਲ ਹੈਗੀ ਵੀ ਤੁਹਾਨੂੰ ਐਨਾਲਿਸਿਸ ਕਰਨਾ ਪਏਗਾ, ਦੇਖਣਾ ਪਏਗਾ ਕਿਹੜਾ ਪ੍ਰੋਡਕਟ ਤੁਸੀਂ ਬਣਾ ਸਕਦੇ ਹੋ। ਜੇ ਤੁਸੀਂ ਮਾਸਕ ਬਣਾਉਣਾ ਚਾਹੁੰਦੇ ਹੋ, ਠੀਕ ਹੈ, ਤੁਸੀਂ ਪਹਿਲਾਂ ਤਾਂ 80 ਰੁਪਏ ਦਾ ਵੇਚ ਸਕਦੇ ਹੋ ਤੇ ਬਾਅਦ ਚ ਉਹਦੀ ਫਿਰ ਕੀਮਤ 4 ਰੁਪਏ ਆ ਜਾਏਗੀ। ਪਰ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਸੀ। ਸ਼ੁਰੂ 'ਚ ਉਹਨਾਂ ਨੇ ਮਾਸਕ ਵੇਚੇ 80 ਰੁਪਏ ਦੇ ਜਾਂ ਇਸ ਤੋਂ ਵੀ ਜ਼ਿਆਦਾ, ਪਰ ਉਹ ਮੈਂ ਕਹਿੰਦਾ ਇਹ ਗੱਲ ਸਹੀ ਨਹੀਂ ਹੈਗੀ। ਕੋਵਿਡ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਇਦਾਂ ਦਾ ਕੰਮ ਹੀ ਕਰਨਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਈਜ਼ੀਲੀ ਕਰ ਸਕੋ, ਔਰ ਇਦਾਂ ਨਾ ਹੋਵੇ ਕਿ ਕੋਈ ਤੁਸੀਂ ਕੰਮ ਸਟਾਰਟ ਕਰ ਲਵੋ, ਬਾਅਦ ਦੇ ਵਿੱਚ ਉਹ ਕਿਸੇ ਕਾਰਨ, ਗਵਰਨਮੈਂਟ ਦੀ ਪਾਲਿਸੀ ਦੇ ਕਾਰਨ ਫਿਰ ਉਹਨੂੰ ਕੁਝ ਰੁਕਾਵਟ ਆਵੇ। ਇਸ ਕਰਕੇ ਬਹੁਤ ਹੀ ਸੋਚ ਸਮਝ ਕੇ, ਅਗਰ ਮੈਂ ਤੁਹਾਨੂੰ ਇੱਕ ਗੱਲ ਦਾ ਵਾਅਦਾ ਕਰਦਾ, ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਐਸਾ ਪ੍ਰੋਡਕਟ ਚੂਜ਼ ਕਰੋਗੇ ਜੋ ਤੁਸੀਂ ਮੈਨੂਫੈਕਚਰਿੰਗ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਜਿੰਨਾ ਵੀ ਰੱਬ ਨੇ ਇਲਮ ਦਿੱਤਾ ਹੈ ਮੈਂ ਉਸ ਦੇ ਬੇਸ ਪਰ ਤੁਹਾਨੂੰ ਸਹੀ ਗਾਈਡ ਕਰੂੰਗਾ। ਰੱਬ ਚਾਹੇ ਤੁਹਾਡੇ ਅਕੋਰਡਿੰਗ ਇੱਕ EMPLOYEES 'ਚ ਕੀ ਕੁਆਲਿਟੀਜ਼ ਹੋਣੀ ਚਾਹੀਦੀਆਂ ਕਿਸੇ ਵੀ ਇੰਡਸਟਰੀ ਜਾਂ ਕੰਪਨੀ ਜੋਬ ਕਰਨ ਲਈ? ਹੈਲੋ, ਆਵਾਜ਼ ਆ ਰਹੀ ਹੈ ਸਰ? ਹਾਂਜੀ ਸਰ। ਹਾਂਜੀ ਸਰ, ਕਲੀਅਰ ਸੁਣੋ। ਕੁਆਲਿਟੀ ਜਿਹੜੀ ਸਭ ਤੋਂ ਮੈਂ ਕਹਿੰਦਾ ਜਿਹੜੀ ਕੁਆਲਿਟੀ ਹੈ ਕੋਈ ਇਹ ਹੋਣੀ ਚਾਹੀਦੀ ਹੈ ਕਿ ਉਹ ਵਰਕਰ ਉਹ ਸਮਝੇ ਕਿ ਇਹ ਮੈਂ ਆਪਣੀ ਕੰਪਨੀ ਹੈ, ਇਹ ਮੈਂ ਕੰਪਨੀ ਦਾ ਮਾਲਕ ਹਾਂ। ਅਗਰ ਇਸ ਜਜ਼ਬੇ ਨਾਲ ਕੰਮ ਕਰੇਗਾ, ਇਹ ਬਹੁਤ ਹੀ ਉਹਦੇ ਅੱਛੇ ਰਿਜ਼ਲਟ ਸਾਹਮਣੇ ਆਉਣਗੇ, ਔਰ ਉਹ ਰੱਬ ਤਾਲਾ ਉਹਦੇ ਜਜ਼ਬੇ ਦੀ ਕਦਰ ਕਰਦਾ ਹੋਇਆ ਉਹਨੂੰ ਖੁਦ ਇੱਕ ਦਿਨ ਕੰਪਨੀ ਦਾ, ਕਿਸੇ ਵੀ ਕੰਪਨੀ ਦਾ ਮਾਲਕ ਬਣ ਜਾਏਗਾ। ਜਿਵੇਂ ਕਿ ਮੈਂ ਇੱਕ ਤੁਹਾਨੂੰ ਮਿਸਾਲ ਦੱਸਣਾ ਚਾਹੁੰਦਾ, 2 ਦੋਸਤ ਸੀ, ਉਹਨਾਂ ਨੇ ਸੇਮ ਟਾਈਮ ਦੇ ਵਿੱਚ ਇੱਕ ਕੰਪਨੀ ਨੇ ਜੁਆਇਨ ਕੀਤਾ
एक बंदा तरक्की करदा करदा कंपनी का CEO बन गया और एक जिहड़ा था उन्होंने एज ए सुपरवाइजर ज्वाइन किया सी, एक हजे प्रोडक्शन इंचार्ज ही बनया, समझ लो किसी इंचार्ज प्रोडक्शन सुपरवाइजर बन गया। वो बहुत देर बाद जो कंपनी च वापस आया तो उन्होंने देखा आगे पता किया कि मेरा दोस्त इस कंपनी सी वो कितने है, वो कहने जी तो प्रोडक्शन इंचार्ज बनया होया है। तो उन्होंने जाके मिलिया तो उन्हें जाके पूछा भी तू किमें इन्नी छेती तरक्की कर गया, किमें कंपनी तो CEO बन गया। तो उन्हें ये दसिया कि मैंने ज्वाइन ही CEO के तौर पर किया सी, गो के मैं एक प्रोडक्शन का बंदा सी, प्रोडक्शन सुपरवाइजर, मैंने अपने आप को समझा ही नहीं, मैं पहले दिन तो ही कंपनी को अपना मालिक समझिया। उन्होंने फिर उन्होंने एक वाक्य दसिया कि तेरा याद है एक बार आप फैक्ट्री च काम करके वापस आ रहे थे, जो सर्दी बहुत ही जो आप कुछ किलोमीटर बाहर आए तो मैंने तेन कहा सी भी कंपनी दियां लाइटां जल्दियां रह गई, चलो लाइटां बंद करके आइए। तो तेन जवाब दिता सी कि तेनों जरूरत है तू बंद करिया जाके, तो फिर तेनों याद है कि मैं कंपनी दियां लाइटां बंद करके गया सी। मैं उदों भी कंपनी नूं एक सुपरवाइजर तो था पर मैं अपने आप को कंपनी का मालिक ही समझदा सी। इस करके कई बार जिंदगी च यह होंदा है कि जिस कंपनी च कोई बंदा काम करता है वो उसको सैटिस्फाई नहीं होंदा सैलरी नूं लैके, पर ओनू ये चीज़ नूं ये ना करे कि अगर मैनूं सैलरी घट मिलती है तो मैं प्रोडक्टिविटी घट करा। देखो कोई भी है रब ताला जरूर ऐसे हालात लेके आएगा कि वो सैलरी उस कंपनी च ना सही तो जरूर उस चीज़ को देखते हुए कोई होर अच्छी कंपनी जरूर उन्होंने ऑफर करेगी। इस करके घट सैलरी होने की वजह ये नहीं होनी चाहिए कि अगर मैंने घट सैलरी मिलती है तो मैं अपनी कंट्रीब्यूट भी घट करा। तुसी अपनी तरफ तो बेस्ट परफॉर्म करो और वक्त का सही यूटिलाइज करो। एक कीमत है, एक मिनट है बहुत कीमती है, उस चीज़ को मद्देनजर रखते हुए एक वर्कर को काम करना चाहिए। इट इज क्लीयर? ਯੈਸ ਸਰ ਜਿਵੇਂ ਹੁਣ ਅਸੀਂ ਫਰੈਸ਼ਰ ਆ, ਅਸੀਂ ਆਫਟਰ ਗ੍ਰੈਜੂਏਸ਼ਨ ਕਿਸੇ ਪੋਸਟ ਲਈ ਅਪਲਾਈ ਕਰਦੇ ਆ ਜਾਂ ਕਿਸੇ ਜੋਬ ਲਈ ਅਪਲਾਈ ਕਰਦੇ ਆ, ਤੇ ਇੱਕ ਸਰ ਮੇਨ ਜਿਵੇਂ ਤੁਸੀਂ ਓਨਰ ਹੋ, ਤੁਸੀਂ ਆਪਣੇ EMPLOYEES ਚ ਸਰ ਕੀ ਕੁਆਲਿਟੀਜ਼ ਦੇਖਦੇ ਹੋ? बेटे मैं तो सब तो पहले जो भी उन्होंने गलबात करता ना, वो गलबात करने नाल ना चीज़ सामने हो जाती है कि बंदे ने गलबात करन च ओदी बोल पानी किदां दी है, किदां दा उन्हें लिबास पहने होया है, ओदी बॉडी लैंग्वेज किदां दी है, वो किदां जवाब दिंदा है। और इस सारियां चीज़ां नूं ओनू जिस फील्ड च आउणा चाहुंदा है वो कि ਉਹਦੇ ਕੋਲ ਉਹਦਾ ਤਜਰਬਾ ਹੈਗਾ, ਚਲੋ ਤਜਰਬਾ ਨਾ ਵੀ ਹੋਵੇ ਕਿ ਅਗਰ ਮੈਨੂੰ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਮਹਿਸੂਸ ਕਰਦਾ कि अगर मैं इनू कोई चीज़ सिखाऊंगा कि इस सीखने की चाहत हैगी। इस करके अक्सर मैं फ्रैश बंदियां ही रखना पसंद करदा। तो मैं सिर्फ ये देखदा कि अगर मैं इनू कुछ सिखाऊंगा या मेरे बंदे इन्होंने सिखाउणगे, ये अग्गों की रिस्पॉन्स देगा। जो तुसी किसी नाल गलबात करोगे, गलबात करन तो बाद तुहानू बॉडी लैंग्वेज पता लग जाएगा। ये चीज़ां थोड़ियां एक्सपीरियंस नाल आउंदियां, बाकी स्टैप बाई स्टैप पता लग जाता है। होर मैं ये चाहूँगा कि बस वो इफ यू कैन नॉट सॉल्व द प्रॉब्लम दैन यू आर द प्रॉब्लम, कि जिस चीज़ करके तुहानू रखा जाता है अगर तुसी प्रॉब्लम सॉल्व कर सकते हो ਤਾਂ ਹੀ ਤੁਸੀਂ ਉਹ ਸੰਸਥਾ ਵਾਸਤੇ ਅੱਛੇ ਹੋ। ਜੇ ਤੁਸੀਂ ਖੁਦ ਉਹ ਆਗੇ ਸੰਸਥਾ ਲਈ ਪ੍ਰੋਬਲਮ ਬਣ ਜਾਵੋ ਤਾਂ ਉਹ ਠੀਕ ਨਹੀਂ ਹੁੰਦਾ। ਥੈਂਕ ਯੂ ਸਰ। ਜੀ ਪਲੀਜ਼, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ ਸਰ ਮੇਰਾ ਕੁਐਸਚਨ ਇਹ ਹੈ ਕਿ ਜਿਹੜੇ ਤੁਹਾਡੇ ਸੋਸਾਇਟਲ ਗੋਲਸ ਨੇ ਉਹ ਕੀ ਨੇ? ਬੇਟੇ ਮੇਰੇ ਗੋਲ ਜਿਹੜੇ ਹੈਗੇ ਨਾ ਬਹੁਤ ਜ਼ਿਆਦਾ ਸਮਝ ਆਉਣ ਵਾਲੇ ਨਹੀਂ ਹੈਗੇ। ਆਈ ਐਮ ਸੌਰੀ, ਕਿਉਂਕਿ ਜੇ ਤੁਸੀਂ ਕਿਸੇ ਵਿਦਵਾਨ ਨਾਲ ਗੱਲ ਕਰੋਗੇ, ਕਿਸੇ ਪੂੰਜੀਪਤੀ ਨਾਲ ਗੱਲ ਕਰੋਗੇ, ਉਹ ਕਹੇਗਾ ਇਹ ਗੱਲਾਂ ਚੱਲਣ ਵਾਲੀਆਂ ਨਹੀਂ ਹੈਗੀਆਂ। ਬੇਟੇ ਮੈਂ ਚਾਹੁੰਦਾ ਕਿ ਪੂਰੀ ਇਹ ਆਪਣੀ ਕੰਟਰੀ ਦੇ ਵਿੱਚ ਇੱਕ ਇਨਸਾਨ ਜਿਹੜੇ ਨਾ ਰੱਬ ਦੇ ਸ਼ੁਕਰਗੁਜ਼ਾਰ ਬਣ ਜਾਣ। ਅਗਰ ਉਹਨਾਂ ਕੋਲੇ ਹੋਵੇ ਤਾਂ ਵੀ ਉਹਨਾਂ ਦਾ ਸ਼ੁਕਰ ਅਦਾ ਕਰਨ, ਨਾ ਹੋਵੇ ਤਾਂ ਵੀ ਸ਼ੁਕਰ ਕਰਨ ਕਿ ਰੱਬ ਦੇ ਇੱਕ ਪਸੰਦੀਦਾ ਬੰਦੇ ਬਣ ਜਾਣ ਔਰ ਹੋਰ ਇੱਕ ਰੱਬ ਦੇ ਮੂਹਰੇ ਝੁਕਣ ਵਾਲੇ ਬੰਦੇ ਬਣ ਜਾਣ। ਗੁੱਡ ਮਾਰਨਿੰਗ ਸਰ। ਐਜੂਕੇਸ਼ਨ ਔਰ ਹੈਲਥ ਦੇ ਸੈਕਟਰ ਦੇ ਵਿੱਚ ਵੀ ਕੰਟਰੀਬਿਊਟ ਕਰ ਰਹੇ ਨੇ ਸਰ ਬਹੁਤ। ਹਾਂਜੀ ਬੇਟੇ ਤੁਹਾਡਾ ਕੁਐਸਚਨ ਹੈ, ਪੁੱਛੋ। ਯੈਸ ਸਰ। ਜੀ ਪਲੀਜ਼ ਟੈਲ ਮੀ। ਐਮ ਆਈ ਆਡੀਬਲ? ਯੈਸ ਬੇਟਾ, ਪਲੀਜ਼ ਟੈਲ ਮੀ। Okay, good morning sir. First of all, I like your positive attitude and thinking. Good, thanks. And I have question. Sir, as you said, man making things is more important. And but nowadays mostly individuals prefer to purchase machinery things. And according to you, what is more important, man making things or machinery things?
or देखिए like बेटे, product? ये जो डिपेंड करता है ना, ये थोड़ी टेक्नोलॉजी पर डिपेंड करता है। अगर एक मशीन जिथे जरूरी है उत्थे ਅਸੀਂ फर्ज करो अपने कुछ बंदे बचा सकते हैं, तो ਤੁਹਾਡੇ ਕੋਲ ਇੰਨੇ ਤਕੜੇ ਗੋਲ ਹੋਣੇ ਚਾਹੀਦੇ ਨੇ ਕਿ ਅਗਰ ਇੱਕ ਮਸ਼ੀਨ ਦੇ ਕਾਰਨ ਤੁਸੀਂ 10 ਬੱਚਿਆਂ ਨੂੰ ਰੋਜ਼ਗਾਰ ਨਹੀਂ ਦੇ ਸਕਦੇ, ਤਾਂ ਉਹਦੀ ਪ੍ਰੋਫਿਟੇਬਿਲਟੀ ਨਾਲ ਤੁਸੀਂ ਕਿੰਨੇ ਸੈਂਕੜੇ ਘਰ ਚਲਾ ਸਕੋ। इट इज क्लियर? Yeah. it Sir, depend करता है but circumstances पर, बेटे yeah. डिपेंड करता है circumstances पर, और थोड़े ਜਿਹੜੇ ਕੰਪੀਟੀਟਰ ਨੇ ਉਹਨਾਂ ਦੀ ਪ੍ਰੋਡਕਟਿਵਿਟੀ ਪਰ ਡਿਪੈਂਡ ਕਰਦਾ ਹੈ। ਕਈ ਚੀਜ਼ਾਂ ਐਸੀਆਂ ਹੁੰਦੀਆਂ ਹਨ ਕਿ ਉਹ ਇਨਸਾਨ ਨਹੀਂ ਬਣਾ ਸਕਦੇ, ਉੱਥੇ ਸਾਨੂੰ ਟੈਕਨੋਲੋਜੀ ਦੀ ਜ਼ਰੂਰਤ ਹੁੰਦੀ ਹੈ, ਔਰ ਉੱਥੇ ਜਾ ਕੇ ਅਸੀਂ ਉਹ 'ਚ ਕੰਪਰੋਮਾਈਜ਼ ਨਹੀਂ ਕਰ ਸਕਦੇ। ਇਹ ਨਹੀਂ ਕਰ ਸਕਦੇ ਕਿ ਅਗਰ ਕੁਆਲਿਟੀ ਇਕੁਅਲੀ ਇੱਕ ਇਨਸਾਨ ਨੇ ਜਿਹੜੀ ਕੁਆਲਿਟੀ ਬਣਾਈ ਹੈ ਉਹ ਇੰਨੀ ਅੱਛੀ ਨਹੀਂ ਹੈਗੀ, ਇੱਕ ਮਸ਼ੀਨ ਨਾਲ ਕੁਆਲਿਟੀ ਬਹੁਤ ਅੱਛੀ ਬਣਦੀ ਹੈ, ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਅਸੀਂ ਸਕੋਪ ਹੈ ਬਿਜ਼ਨਸ 'ਚ ਗਰੋ ਕਰਨ ਦਾ। ਫਿਰ ਉੱਥੇ ਅਸੀਂ ਮਸ਼ੀਨ ਦੇ ਪ੍ਰਤੀ ਜਾਵਾਂਗੇ। ਅਗਰ ਮਸ਼ੀਨ ਵੀ ਉਹੀ ਕੁਆਲਿਟੀ ਬਣਾਉਂਦੀ ਹੈ ਤਾਂ ਇੱਕ ਇਨਸਾਨ ਵੀ ਉਹੀ ਕੁਆਲਿਟੀ ਬਣਾਉਂਦਾ ਹੈ, ਫਿਰ ਹਮੇਸ਼ਾ ਹੀ ਮੈਂ ਇੱਕ ਇਨਸਾਨੀਅਤ ਦੀ ਤਰਫ ਜਾਂਦਾ। Okay, sir. Thank you. ਪਲੀਜ਼। ਥੈਂਕ ਯੂ ਸਰ। ਅੱਜ ਸਾਡੀ ਕਿਉਂਕਿ ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਹੈ, ਇਸ ਲਈ ਅਸੀਂ ਇੱਥੇ ਹੀ ਕੁਐਸਚਨ ਲੈਣੇ ਬੰਦ ਕਰਾਂਗੇ। ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਮੈਂ ਜਸ਼ਨਪ੍ਰੀਤ ਨੂੰ ਰਿਕਵੈਸਟ ਕਰਦਾ ਹਾਂ ਕਿ ਉਹ ਵੋਟ ਆਫ ਥੈਂਕਸ ਸਾਡੇ ਸਾਰਿਆਂ ਦੇ ਬਿਹਾਫ ਤੇ ਪ੍ਰੈਜ਼ੈਂਟ ਕਰਨਗੇ। ਜਸ਼ਨਪ੍ਰੀਤ ਕੌਰ। ਸਾਰੇ ਜਿਹੜੇ ਮੌਜੂਦ ਹਨ, ਡਾਕਟਰ ਸਾਹਿਬ ਔਰ ਸੋਰੇ ਇਹਨਾਂ ਦੇ ਕੁਲੀਗ ਜੋ ਮੌਜੂਦ ਹਨ, ਇਹਨਾਂ ਦਾ ਵੀ ਔਰ ਤੁਹਾਡੇ ਸਾਰੇ ਬੱਚਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਐਨੀ ਟਾਈਮ ਮੈਂ ਮੇਲ ਆਈਡੀ ਦੇ ਦੂੰਗਾ, ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਐਨੀ ਟਾਈਮ। ਅਗਰ ਮੈਂ ਮੇਰੀ ਜਾਤ ਤੋਂ ਕਿਸੇ ਨੂੰ ਕੋਈ ਫਾਇਦਾ ਹੋ ਜਾਵੇ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੂੰਗਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਅਸੀਂ ਜਲਦੀ ਹੀ ਤੁਹਾਡੇ ਨਾਲ ਸਲਾਹ ਕਰਕੇ ਟੂਰ ਵੀ ਪਲਾਨ ਕਰਾਂਗੇ, ਜਦੋਂ ਵੀ ਗਵਰਨਮੈਂਟ ਓਪਨ ਕਰੇਗੀ ਤੇ ਉਦੋਂ ਅਸੀਂ ਬੱਚਿਆਂ ਨੂੰ ਲੈ ਕੇ ਆਵਾਂਗੇ। ਹਾਂਜੀ ਹਾਂ, ਜਸ਼ਨਪ੍ਰੀਤ ਪਲੀਜ਼ ਵੋਟ ਆਫ ਥੈਂਕਸ ਪ੍ਰੈਜ਼ੈਂਟ ਕਰ ਦਿਓ। Thank you, sir. Now I request respected Dr. Bikramjit Singh Sandhu, Head of Department, and Professor Mohammad Anwar to present Momentum, a token of gratitude to our today's guest. So thank you, sir. Thank you for sharing your very valuable views and providing us abundant knowledge. I, on behalf of all the students, thank you that you came and from your busy schedule you took a time for granting us such a views. So now I request Professor Mohammad Anwar to extend vote of thanks to our chief guest, so that lastly we can wind up formally. Thanks a lot. Thank you very much. Hello, is it audible better? Yes, sir. ਬੇਟਾ ਸਰਦੀਆਂ ਜਿਹੜੀ ਟਾਕ ਸੀ ਜਾਂ ਜਿੰਨਾ ਕੁ ਮੈਂ ਇਹਨਾਂ ਨੂੰ ਪਰਸਨਲੀ ਜਾਣਦਾ, ਜੋ ਗੱਲਾਂ ਇੰਪੋਰਟੈਂਟ ਮੈਂ ਇਹਨਾਂ ਦੀ ਲਾਈਫ, ਕਿਉਂਕਿ ਕਾਫੀ ਪਿਛਲੇ 23, 24, 25 ਸਾਲਾਂ ਤੋਂ ਇਹਨਾਂ ਨੂੰ ਜਾਣਦਾ, ਤੇ ਅੱਜ ਦੀ ਟਾਕ ਤੋਂ ਜੋ ਮੈਂ ਤੁਹਾਨੂੰ ਦੱਸ ਸਕਦਾ ਉਹ ਇਹ ਕਿ ਕੁਛ ਇੱਕ ਚੀਜ਼ਾਂ ਨੇ ਜਿਹਦੇ ਤੇ ਬਹੁਤ ਜ਼ਿਆਦਾ ਫੋਕਸ ਕਰਦੇ ਨੇ, ਜਿਹਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ। ਇੱਕ ਤਾਂ ਕੋਈ ਵੀ ਕੰਮ ਕਰਦੇ ਨੇ ਰੱਬ ਦੀ ਰਜ਼ਾ 'ਚ ਰਹਿ ਕੇ ਕਰਦੇ ਨੇ, ਔਰ ਦੂਸਰਾ ਇਹਨਾਂ ਦਾ ਜਿਹੜਾ ਮੋਟਿਵ ਹੈ ਉਹ ਪ੍ਰੋਫਿਟ ਅਰਨ ਕਰਨਾ ਨਹੀਂ ਹੈ, ਬਲਕਿ ਸੁਸਾਇਟੀ ਨੂੰ ਸਰਵ ਕਰਨਾ ਹੈ। ਇਹਨਾਂ ਦੀ ਜਿਹੜੀ ਪ੍ਰੋਡਕਟ ਹੈ ਸਟਾਰ ਇੰਪੈਕਟ ਦੀ ਸਪੋਰਟ ਸ਼ੂਜ਼, ਬਿਲੀਵ ਕਰਿਓ ਇਹਨਾਂ ਦਾ ਛੋਟਾ ਬ੍ਰਦਰ ਮੇਰਾ ਦੋਸਤ ਹੈ, ਤੇ ਉਹਨੇ 98 ਦੇ ਵਿੱਚ ਮੈਨੂੰ ਸ਼ੂ ਗਿਫਟ ਕੀਤੇ ਸੀ, ਔਰ 2012 ਤੱਕ ਉਹ ਸ਼ੂਜ਼ ਮੇਰੇ ਕੋਲ ਐਜ਼ ਇਟ ਇਜ਼ ਪਏ ਸੀ, ਡੇਲੀ ਯੂਜ਼ ਕਰਦਾ ਸੀ। ਸ਼ਾਮ ਨੂੰ ਵਾਕ ਕਰਨ ਲੱਗਿਆ ਵੀ, ਕ੍ਰਿਕਟ ਖੇਲਣ ਲੱਗਿਆ ਵੀ। ਔਰ 2008 ਦੇ ਵਿੱਚ ਓਵੈਸ ਸਾਹਿਬ ਨੇ ਮੈਨੂੰ
ਦੁਬਾਰਾ ਫੇਰ ਇੱਕ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਕੋਲ ਸ਼ੂਜ਼ ਪਏ ਨੇ, ਲੋੜ ਨਹੀਂ ਹੈ ਸਟਾਰ ਇੰਪੈਕਟ ਦੇ। 2008 ਦੇ ਵਿੱਚ ਇਹਨਾਂ ਨੇ ਮੈਨੂੰ ਇੱਕ ਹੋਰ ਪੇਅਰ ਗਿਫਟ ਕੀਤੇ ਤੇ ਅੱਜ ਤੱਕ ਮੇਰੇ ਕੋਲ ਉਹੀ ਸ਼ੂਜ਼ ਨੇ ਜਿਹੜੇ ਉਹ ਚੱਲ ਰਹੇ ਹਨ। ਮੀਨਸ ਇੰਨੇ ਜ਼ਿਆਦਾ ਡਿਊਰੇਬਲ ਨੇ, ਉਹਦਾ ਕਾਰਨ ਇਹੀ ਹੈ ਕਿ ਕੁਆਲਿਟੀ ਕੰਟਰੋਲ ਦੇ ਉੱਪਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ। ਮੈਨੂੰ ਯਾਦ ਹੈ 97 98 ਦੀ ਗੱਲ, ਜਦੋਂ ਵੀ ਕੋਈ ਇਹ ਨਵੀਂ ਪ੍ਰੋਡਕਟ ਲਾਂਚ ਕਰਦੇ ਸੀ ਨਾ, ਪ੍ਰੋਡਕਟ ਲਾਂਚ ਕਰਨ ਤੋਂ ਪਹਿਲਾਂ ਉਹਨੂੰ ਆਪ ਯੂਜ਼ ਕਰਦੇ ਨੇ, ਆਪ ਯੂਜ਼ ਕਰਕੇ ਦੇਖਦੇ ਨੇ, ਤਾਂ ਕਿ ਮਾਰਕੀਟ ਦੇ ਵਿੱਚ ਜਦੋਂ ਪ੍ਰੋਡਕਟ ਇੱਕ ਵਾਰੀ ਚਲੀ ਗਈ ਉਦੋਂ ਕੋਈ ਪ੍ਰੋਬਲਮ ਨਾ ਆਏ। ਇਸ ਕੁਆਲਿਟੀ ਕੰਟਰੋਲ ਇਹਨਾਂ ਦੀ ਜਿਹੜੀ ਹੈ ਉਹ ਇਹਨਾਂ ਦੇ ਲਈ ਬਹੁਤ ਜ਼ਿਆਦਾ ਅਹਿਮ ਹੈ। ਔਰ ਤੀਸਰਾ, ਜਿਵੇਂ ਇਹਨਾਂ ਨੇ ਅਫੋਰਡੇਬਿਲਿਟੀ ਦੀ ਗੱਲ ਕਰੀ, ਇਹਨਾਂ ਦੀ ਪ੍ਰੋਡਕਟ ਇੰਨੀ ਕੁ ਅਫੋਰਡੇਬਲ ਹੈ ਕਿ ਜਿੰਨਾ ਅਸੀਂ ਝੂਠ ਬੋਲ ਦਈਏ ਤੁਸੀਂ ਬਿਲੀਵ ਨਹੀਂ ਕਰੋਗੇ। ਇੰਨੀ ਹਾਈ ਕੁਆਲਿਟੀ ਦੇ ਸ਼ੂਜ਼ ਨੇ ਜਿਹੜੇ ਉਹ 500 ਰੁਪਏ ਅਪਰੋਕਸੀਮੇਟ ਉਹਨਾਂ ਦਾ ਪ੍ਰਾਈਸ ਹੈ, ਤੇ 500 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਉਹ ਮਿਲ ਜਾਂਦੇ ਨੇ। ਹੋਰ ਕੋਈ ਵੀ ਇੰਨਾ ਡਿਊਰੇਬਲ ਤੇ ਇੰਨੀ ਅੱਛੀ ਕੁਆਲਿਟੀ ਦਾ ਪ੍ਰੋਡਕਟ ਜਿਹੜਾ ਹੈ ਮਾਰਕੀਟ ਦੇ ਵਿੱਚ ਅਵੇਲੇਬਲ ਨਹੀਂ ਹੈ। ਇੱਕ ਇਹ ਵੀ ਰੀਜ਼ਨ ਹੈ ਇਹਨਾਂ ਦੀ ਕਾਮਯਾਬੀ ਦਾ। ਔਰ ਉਸ ਤੋਂ ਇਲਾਵਾ ਇਹ ਜਿਹੜੇ ਆਪਣੇ ਇੰਪਲੋਈਜ਼ ਨੇ, ਉਹਨਾਂ ਨੂੰ ਇੰਪਲੋਈਜ਼ ਨਹੀਂ ਬਲਕਿ ਉਹਨਾਂ ਨੂੰ ਆਪਣੇ ਫੈਮਿਲੀ ਮੈਂਬਰਸ ਸਮਝਦੇ ਨੇ। ਅਖੀਰ ਦੇ ਵਿੱਚ ਮੈਂ ਮਿਸਟਰ ਮੁਹੰਮਦ ਅਵੈਸ, ਮੈਨੇਜਿੰਗ ਡਾਇਰੈਕਟਰ ਸਟਾਰ ਇੰਪੈਕਟ ਪ੍ਰਾਈਵੇਟ ਲਿਮਿਟਿਡ, ਪਿਆਰੇ ਵਿਦਿਆਰਥੀਓ ਤੇ ਮੇਰੇ ਸਾਰੇ ਕੋਲੀਗਸ, ਡਾਕਟਰ ਵਿਕਰਮਜੀਤ ਸਿੰਘ ਸੰਧੂ, ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਜੁਆਇਨ ਕੀਤਾ। ਤੇ ਇਹ ਸਾਡੀ ਜਿਹੜੀ ਅੱਜ ਦੀ ਮੀਟਿੰਗ ਹੈ ਬਹੁਤ ਹੀ ਫਰੂਟਫੁਲ ਰਹੀ, ਤੇ ਮੈਂ ਉਮੀਦ ਕਰਦਾ ਕਿ ਇਹਨਾਂ ਦੇ ਐਕਸਪੀਰੀਅੰਸ ਤੋਂ ਤੁਸੀਂ ਕਾਫੀ ਕੁਝ ਸਿੱਖਿਆ ਹੋਏਗਾ, ਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹਨਾਂ ਦੀਆਂ ਦੱਸੀਆਂ ਜਿਹੜੀਆਂ ਗੱਲਾਂ ਨੇ ਉਹ ਤੁਹਾਡੀ ਲਾਈਫ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਨਗੀਆਂ। ਇੱਕ ਵਾਰੀ ਫੇਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। Thank you, sir. Thank you so much. Now, I would like to seek permission from our HOD, sir, so that we can exit with our today's webinar. Yes, go ahead, please.